प्रोग्राम इंटरनेशनल अपडेट देख रहे ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਸੁਰਭੀ ਸ਼ਰਮਾ। ਜੀ ਹਾਂ, ਪ੍ਰੋਗਰਾਮ ਦੇ ਵਿੱਚ ਵਿਦੇਸ਼ ਨਾਲ ਜੁੜੀਆਂ ਹੋਈਆਂ ਖਾਸ ਤੌਰ ਤੇ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਅਪਡੇਟਸ ਲੈ ਕੇ ਮੈਂ ਫਿਰ ਤੋਂ ਹਾਜ਼ਰ ਹੋ ਚੁੱਕੀ ਹਾਂ। ਅਮਰੀਕਾ ਦੇ ਵਿੱਚ ਇਸ ਵੇਲੇ ਖਾਸ ਚੱਲ ਰਹੀਆਂ ਉਹ ਹੈ ਚੋਣਾਂ। ਰਾਸ਼ਟਰਪਤੀ ਵੋਟਾਂ ਜਿਹੜੀਆਂ ਨੇ ਬਹੁਤ ਅਹਿਮ ਨੇ ਇਸ ਵੇਲੇ ਦੀਆਂ ਤੇ ਅਮਰੀਕਾ ਇਸ ਵੇਲੇ ਚੋਣਾਂ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਹਰ ਪਾਸੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਦੋਨੋਂ ਹੀ ਪਾਰਟੀ ਦੇ ਉਮੀਦਵਾਰ ਆਪਣਾ ਪੂਰਾ ਜ਼ੋਰ ਲਗਾ ਰਹੇ ਨੇ ਕਿਉਂਕਿ ਹੁਣ ਚੋਣਾਂ ਨੂੰ ਸਮਾਂ ਬਹੁਤ ਘੱਟ ਹੈ ਔਰ ਇਸ ਘੱਟ ਸਮੇਂ ਦੇ ਵਿੱਚ ਦੋਨਾਂ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਕਿਸੇ ਤਰੀਕੇ ਆਪਣੇ ਵੱਲ ਖਿੱਚਿਆ ਜਾਵੇ। ਯਾਨੀ ਕਿ 5 ਨਵੰਬਰ ਤੱਕ ਇਹ ਦੋਨੋਂ ਪਾਰਟੀ ਦੇ ਉਮੀਦਵਾਰ ਜੋ ਕਿ ਹਨ ਕਮਲਾ ਹੈਰਿਸ ਅਤੇ ਡੋਨਲਡ ਟਰੰਪ, ਇਹਨਾਂ ਵੱਲੋਂ ਪੂਰੀ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਕਿ ਸਮਰਥਕਾਂ ਨੂੰ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ। ਇਸ ਕਰਕੇ ਹੋਰ ਵੀ ਬਹੁਤ ਸਾਰੇ ਦਾਅਵੇ ਵਾਅਦੇ ਪੇਸ਼ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਯਕੀਨ ਦਿਵਾਇਆ ਜਾ ਸਕੇ ਕਿ ਅਗਰ ਉਹਨਾਂ ਦੀ ਸਰਕਾਰ ਅਮਰੀਕਾ ਵਿੱਚ ਆਉਂਦੀ ਹੈ ਤੇ ਲੋਕਾਂ ਨੂੰ ਇਹ ਸਭ ਕੁਝ ਸਹੂਲਤਾਂ ਮਿਲਣਗੀਆਂ। ਪਰ ਫਿਲਹਾਲ ਜਿਹੜੇ ਆંકੜੇ ਸਾਹਮਣੇ ਆ ਰਹੇ ਨੇ, ਇਹ ਸਰਵੇਖਣ ਜੋ ਸਾਹਮਣੇ ਆ ਰਹੇ ਨੇ ਬਾਰ-ਬਾਰ, ਇਹ ਇਸ ਗੱਲ ਤੋਂ ਲੈ ਕੇ ਕਲੀਅਰ ਨਹੀਂ ਹਨ ਕਿ ਆਖਿਰ ਕਿਸ ਦੇ ਹੱਥ ਇਹ ਕਮਾਨ ਹੋਣ ਵਾਲੀ ਹੈ ਕਿਉਂਕਿ ਸਰਵੇਖਣ ਇੱਕ ਅੰਦਾਜ਼ਾ ਹੁੰਦੇ ਨੇ और इस अंदाजे ਵਿੱਚ ਹਲੇ ਤੱਕ ਕੋਈ ਵੀ ਪਾਰਟੀ ਪ੍ਰੋਪਰ ਜਿਹੜੀ ਜਿੱਤ ਹਾਸਲ ਨਹੀਂ ਕਰ ਸਕੀ ਹੈ ਅਤੇ ਦੋਨੋਂ ਹੀ ਪਾਰਟੀਆਂ ਇੱਕ ਦੂਸਰੇ ਦੇ ਬਰਾਬਰ ਚੱਲ ਰਹੀਆਂ ਨੇ। 1 ਪੁਆਇੰਟ 2 ਪੁਆਇੰਟ ਤੋਂ ਅੱਗੇ ਪਿੱਛੇ ਦੋਨੋਂ ਪਾਰਟੀਆਂ ਹੋ ਰਹੀਆਂ ਨੇ ਅਤੇ ਇਸ ਨੂੰ ਲੈ ਕੇ ਹੁਣ ਲੋਕਾਂ ਦੇ ਵਿੱਚ ਇਸ ਗੱਲ ਦੀ ਲੈ ਕੇ ਬਹੁਤ ਜ਼ਿਆਦਾ ਐਕਸਾਈਟਮੈਂਟ ਹੋ ਚੁੱਕੀ ਹੈ ਕਿ ਆਖਿਰ ਕੌਣ ਜਿਹੜੀ ਹੈ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣ ਨੂੰ ਜਿੱਤੇਗਾ। ਸੋ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ 'ਚ ਹੁਣ ਕੁਝ ਹੀ ਦਿਨ ਬਾਕੀ ਹਨ। ਰਿਪਬਲਿਕਨ ਅਤੇ ਡੈਮੋਕ੍ਰੈਟਿਕ ਦੋਵਾਂ ਉਮੀਦਵਾਰਾਂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਮੈਕਸੀਕੋ ਨੇ ਵੀ ਵਾਈਟ ਹਾਊਸ ਵਿੱਚ ਨਵੇਂ ਪ੍ਰਸ਼ਾਸਨ ਨਾਲ ਚੰਗੇ ਸਬੰਧਾਂ ਦੀ ਉਮੀਦ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕੱਸਣ ਲਈ ਆਪਣੀ ਸਭ ਤੋਂ ਵੱਡੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕੱਸਣ ਵਾਲੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਗੱਲ ਚੋਣਾਂ ਦੇ ਵਿੱਚ ਇੱਕ ਅਹਿਮ ਮੁੱਦਾ ਵੀ ਹੈ ਕਿਉਂਕਿ ਗੈਰ ਕਾਨੂੰਨੀ ਪ੍ਰਵਾਸੀ ਹੀ ਇੱਕ ਐਸਾ ਮੁੱਦਾ ਹੈ ਜਿਸ ਨੂੰ ਲੈ ਕੇ ਬਹੁਤ ਸਾਰੇ ਦਾਅਵੇ ਜਿਹੜੇ ਪੇਸ਼ ਕੀਤੇ ਜਾ ਰਹੇ ਨੇ। ਸੋ ਇਮੀਗ੍ਰੇਸ਼ਨ ਮੁੱਦਾ ਅਹਿਮ ਹੈ। ਇਹ ਗੱਲ ਅਸੀਂ ਹਮੇਸ਼ਾ ਕਰਦੇ ਆਉਂਦੇ ਹਾਂ ਕਿਉਂਕਿ ਅਮਰੀਕਾ ਇੱਕ ਐਸਾ ਦੇਸ਼ ਹੈ ਜਿਸ ਵਿੱਚ ਅਮਰੀਕਾ ਔਰ ਕੈਨੇਡਾ ਐਸੇ ਦੋ ਦੇਸ਼ ਨੇ ਜਿਸ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਸਖਤੀ ਕੀਤੀ ਜਾਂਦੀ, ਕਾਨੂੰਨ ਬਣਾਏ ਜਾਂਦੇ ਨੇ। ਖਾਸ ਉਹਦੇ ਅਮਰੀਕਾ ਦੇ ਵਿੱਚ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਹੜ੍ਹ ਜਿਹੜਾ ਹੈ ਉਹ ਆ ਰਿਹਾ ਹੈ। ਇਸ ਹੜ੍ਹ ਨੂੰ ਰੋਕਣ ਵਾਸਤੇ ਹੁਣ ਮੈਕਸੀਕੋ ਜਿਹੜੀ ਪ੍ਰਸ਼ਾਸਨ ਹੈ ਉਹ ਅਮਰੀਕਾ ਦੇ ਨਾਲ ਮਿਲ ਚੁੱਕੀ ਹੈ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕੱਸਣ ਦੇ ਲਈ ਬਿਲਕੁਲ ਤਿਆਰ ਹੈ। ਇਸ ਕਰਕੇ ਉਹਨਾਂ ਨੇ ਇੱਕ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਸੋ ਇਸ ਵੱਡੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ਜੋ ਇਹਨਾਂ ਨੇ ਮੁਹਿੰਮ ਵੱਡੀ ਕੀਤੀ ਗਈ ਹੈ ਸ਼ੁਰੂ। ਸੋ ਅਮਰੀਕਾ ਅਤੇ ਮੈਕਸੀਕਨ ਅਧਿਕਾਰੀਆਂ ਦੇ ਨਾਲ ਗੱਲਬਾਤ ਦੇ ਆਧਾਰ ਤੇ ਰਾਈਟਰਸ ਨੇ ਦਾਅਵਾ ਕੀਤਾ ਹੈ ਕਿ ਮੈਕਸੀਕੋ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਅਤੇ ਅਮਰੀਕਾ ਦੇ ਦੱਖਣ ਵੱਲ ਭੇਜਿਆ ਜਾ ਰਿਹਾ ਹੈ। ਸੋ ਮੈਕਸੀਕੋ ਦੇ ਯਤਨਾਂ ਕਾਰਨ ਹਾਲ ਹੀ ਦੇ ਮਹੀਨਿਆਂ ਵਿੱਚ ਅਮਰੀਕੀ ਅਧਿਕਾਰੀਆਂ ਦੁਆਰਾ ਸਰਹੱਦ ਤੇ ਫੜੇ ਗਏ ਪ੍ਰਵਾਸੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ ਕਿਉਂਕਿ ਇਹ ਸਖਤੀ ਜਿਹੜੀ ਹੈ ਕਾਫੀ ਕਰ ਦਿੱਤੀ ਗਈ ਹੈ। ਇਹੀ ਵਜ੍ਹਾ ਹੈ ਕਿ ਹੁਣ ਮੈਕਸੀਕੋ ਸਰਹੱਦ ਤੇ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ ਬਹੁਤ ਘੱਟ ਆ ਰਹੇ ਨੇ ਔਰ ਉਹਨਾਂ ਨੇ ਹੁਣ ਦੂਸਰਾ ਰਾਹ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਵਾਂ ਕਿ ਇਹ 2020 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ ਅਤੇ ਦੋਨਾਂ ਹੀ ਪਾਸੇ ਦੀ ਰਾਜਾਂ ਦੀ ਇਹੀ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਦੇ ਨਾਲ ਆਪਣੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣਾ ਹੈ। ਸੋ ਮੈਕਸੀਕੋ ਦੇ ਅਧਿਕਾਰੀਆਂ ਨੇ ਰਾਈਟਰਸ ਨੂੰ ਇਹ ਦੱਸਿਆ ਕਿ ਸਰਹੱਦ ਤੇ ਕਾਰਵਾਈ ਕਰੀਬ 10 ਮਹੀਨੇ ਤੋਂ ਜਾਰੀ ਹੈ। ਪਿਛਲੇ ਦਸੰਬਰ ਵਿੱਚ ਅਮਰੀਕਾ ਵੱਲੋਂ ਮੈਕਸੀਕੋ ਲਈ ਕਈ ਵਪਾਰਕ ਰੂਟ ਬੰਦ ਕਰਨ ਤੋਂ ਬਾਅਦ ਇਸ ਵਿੱਚ ਤੇਜ਼ੀ ਆਈ ਹੈ। ਅਮਰੀਕਾ ਦੀ ਇਸ ਕਾਰਵਾਈ ਕਾਰਨ ਮੈਕਸੀਕੋ ਨੂੰ ਹਰ ਰੋਜ਼ $10 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਬਾਈਡਨ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਵਿਚਕਾਰ ਹੋਈ ਗੱਲਬਾਤ ਵਿੱਚ ਵੀ ਇਹ ਮੁੱਦਾ ਉਠਾਇਆ ਗਿਆ ਸੀ। ਆਪਣੀ ਮੁਹਿੰਮ ਦੌਰਾਨ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੇ ਆંકੜਿਆਂ ਦਾ ਹਵਾਲਾ ਦੇ ਕੇ ਦਾਅਵਾ ਕੀਤਾ ਹੈ ਕਿ ਬਾਈਡਨ ਪ੍ਰਸ਼ਾਸਨ ਸਰਹੱਦੀ ਮੁੱਦਿਆਂ ਤੇ ਬਹੁਤ ਸਖਤ ਹੈ। ਇਸ ਨਾਲ ਹੀ ਰਿਪਬਲਿਕਨ ਟਰੰਪ ਤੇਜ਼ੀ ਨਾਲ ਵੱਧ ਰਹੇ ਪ੍ਰਵਾਸੀਆਂ ਦੇ ਖਿਲਾਫ ਕਾਫੀ ਬੋਲ ਰਹੇ ਹਨ ਅਤੇ ਉਹ ਹਮੇਸ਼ਾ ਹੀ ਬੋਲਦੇ ਆ ਰਹੇ ਹਨ। ਇਹਨਾਂ ਗੱਲ ਤੋਂ ਇਸ ਗੱਲ ਦੀ ਕਲੈਰਿਟੀ ਹੋ ਜਾਂਦੀ ਹੈ ਕਿ ਦੋਨੋਂ ਹੀ ਪਾਰਟੀ ਦੇ ਉਮੀਦਵਾਰ ਆਪਣੀ ਚੋਣ ਤੋਂ ਬਾਅਦ ਯਾਨੀ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਜਿਸ ਦੀ ਵੀ ਸਰਕਾਰ ਆਏਗੀ ਉਹ ਪ੍ਰਵਾਸੀਆਂ ਦੇ ਉੱਤੇ ਕੋਈ ਨਾ ਕੋਈ ਸ਼ਿਕੰਜਾ ਜਾਂ ਕਾਰਵਾਈ ਜ਼ਰੂਰ ਕਰੇਗੀ ਅਤੇ ਵੱਧਦੇ ਹੋਏ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ, ਵੱਧਦੀ ਹੋਈ ਇਮੀਗ੍ਰੇਸ਼ਨ ਦੀ ਪ੍ਰਣਾਲੀ ਹੈ, ਇਸ ਨੂੰ ਰੋਕਿਆ ਜਾਵੇਗਾ ਤਾਂ ਕਿ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਜਾਵੇ ਤੇ ਲੋਕਾਂ ਨੂੰ ਇਸ ਗੱਲ ਦੇ ਲਈ ਜਾਗਰੂਕ ਕੀਤਾ ਜਾਵੇਗਾ ਕਿ ਉਹ ਅਗਰ ਅਮਰੀਕਾ ਆਉਣਾ ਚਾਹੁੰਦੇ ਨੇ ਤੇ ਸਹੀ ਰੂਟ ਰਾਹੀਂ ਅਮਰੀਕਾ ਵਿੱਚ ਆਉਣ। ਸੋ
ਇਮੀਗ੍ਰੇਸ਼ਨ ਨੂੰ ਲੈ ਕੇ, ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਦਾਅਵੇ ਵਾਅਦੇ ਇਹਨਾਂ ਦੋਨਾਂ ਉਮੀਦਵਾਰਾਂ ਵੱਲੋਂ ਪੇਸ਼ ਕੀਤੇ ਜਾ ਰਹੇ ਨੇ। ਇਸ ਮਾਮਲੇ ਦੇ ਵਿੱਚ ਦੋਨੋਂ ਉਮੀਦਵਾਰਾਂ ਦਾ ਜਿਹੜੀ ਮਤ ਹੈ ਉਹ ਸੇਮ ਹੈ, ਯਾਨੀ ਦੋਨੋਂ ਇੱਕੋ ਹੀ ਮਤ ਨੇ, ਦੋਨਾਂ ਦੀ ਇੱਕੋ ਹੀ ਸੋਚ ਹੈ। ਇੱਥੇ ਕਈ ਮੌਕਿਆਂ ਤੇ ਡੋਨਲਡ ਟਰੰਪ ਜਿਹੜੇ ਨੇ ਉਹ ਬਿਨਾਂ ਦਸਤਾਵੇਜ਼ੀ ਪ੍ਰਵਾਸੀਆਂ ਦੇ ਗੰਭੀਰ ਦੋਸ਼ ਵੀ ਲਗਾ ਚੁੱਕੇ ਨੇ, ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਜਿੰਨਾ ਵੀ ਅਪਰਾਧਿਕ ਮਾਹੌਲ ਬਣਿਆ ਹੈ ਉਹ ਸਭ ਤੋਂ ਜ਼ਿਆਦਾ ਪ੍ਰਵਾਸੀਆਂ ਵੱਲੋਂ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪ੍ਰਵਾਸੀਆਂ ਨੂੰ ਲੈ ਕੇ ਹੋਰ ਵੀ ਬਹੁਤ ਸਾਰੀ ਗੱਲਾਂ ਕਹੀਆਂ ਨੇ ਜੋ ਕਿ ਪ੍ਰਵਾਸੀਆਂ ਦੇ ਲਈ ਬਿਲਕੁਲ ਵੀ ਸਹੀ ਨਹੀਂ ਨੇ। ਇਸੇ ਕਾਰਨ ਬਹੁਤ ਸਾਰੇ ਲੋਕ ਜਿਹੜੇ ਟਰੰਪ ਦਾ ਸਮਰਥਨ ਵੀ ਕਰ ਰਹੇ ਨੇ ਅਤੇ ਕੁਝ ਲੋਕ ਟਰੰਪ ਦਾ ਸਮਰਥਨ ਨਹੀਂ ਵੀ ਕਰ ਰਹੇ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਡਰ ਬੈਠ ਚੁੱਕਿਆ ਹੈ ਕਿ ਅਗਰ ਟਰੰਪ ਦੀ ਸਰਕਾਰ ਅਮਰੀਕਾ ਵਿੱਚ ਆਉਂਦੀ ਹੈ ਤਾਂ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਕੋਈ ਥਾਂ ਨਹੀਂ ਬਚੇਗਾ, ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਫਿਲਹਾਲ ਇਹ ਦੇਸ਼ ਨਿਕਾਲਾ ਹਲੇ ਵੀ ਜਾਰੀ ਹੈ। ਹੁਣ ਵੀ ਅਮਰੀਕਾ ਦੇ ਵੱਲੋਂ ਲੱਖਾਂ ਤੋਂ ਵੱਧ ਲੋਕਾਂ ਨੂੰ, ਖਾਸ ਤੌਰ ਤੇ ਭਾਰਤੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ। ਇਹ ਉਹ ਲੋਕੀ ਸੀ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਰਹਿ ਰਹੇ ਸੀ, ਜਿਨ੍ਹਾਂ ਦੇ ਕੋਲ ਕੋਈ ਆਧਾਰ ਨਹੀਂ ਸੀ ਅਮਰੀਕਾ ਦਾ ਅਤੇ ਕਿਸੇ ਵੀ ਚੀਜ਼ ਨੂੰ ਲੈ ਕੇ ਉਹਨਾਂ ਕੋਲ ਕੁਝ ਵੀ ਐਸੀ ਦਸਤਾਵੇਜ਼ ਨਹੀਂ ਸੀ ਜੋ ਉਹਨਾਂ ਨੂੰ ਅਮਰੀਕਾ ਵਿੱਚ ਰਹਿਣ ਦਿੰਦੇ। ਸੋ ਇਹਨਾਂ ਦੇ ਉੱਤੇ ਸਰਕਾਰਾਂ ਦੀ ਤਿੱਖੀ ਨਜ਼ਰ ਹੈ ਅਤੇ ਇੱਕ ਇੱਕ ਕਰਕੇ ਇਹਨਾਂ ਨੂੰ ਲੱਭਿਆ ਜਾ ਰਿਹਾ ਹੈ, ਇਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਮਨੁੱਖੀ ਤਸਕਰੀ ਦਾ ਜਿਹੜਾ ਨੈਟਵਰਕ ਹੈ ਉਸ ਨੂੰ ਤੋੜਿਆ ਜਾਵੇ। ਫਿਲਹਾਲ ਹੁਣ ਕਾਫੀ ਜ਼ਿਆਦਾ ਗਿਰਾਵਟ ਜਿਹੜੀ ਹੈ ਉਹ ਦੇਖੀ ਗਈ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿੱਚ, ਖਾਸ ਤੌਰ ਤੇ ਬਾਰਡਰ ਦੇ ਰਾਹੀਂ, ਪਰ ਇਹ ਰੁਕਾਵਟ ਨੂੰ, ਇਸ ਨੂੰ ਹੋਰ ਵੀ ਰੋਕਣਾ ਜਿਹੜਾ ਹੈ ਉਹ ਚੱਲਦਾ ਹੀ ਰਹੇਗਾ। ਇਸ ਕਾਰਵਾਈ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਅਤੇ ਇਹ ਜਿਹੜੀਆਂ ਨੇ ਚੋਣਾਂ ਤੋਂ ਬਾਅਦ ਇਸ ਕਾਰਵਾਈ ਦੇ ਉੱਤੇ ਹੋਰ ਵੀ ਜ਼ਿਆਦਾ ਸਖਤੀ ਕਰ ਦਿੱਤੀ ਜਾਵੇਗੀ। ਫਿਲਹਾਲ ਕਮਲਾ ਹੈਰਿਸ ਜੋ ਡੈਮੋਕ੍ਰੈਟਿਕ ਪਾਰਟੀ ਵੱਲੋਂ ਨੇ, ਉਹਨਾਂ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਪ੍ਰਣਾਲੀ ਜੋ ਹੈ ਅਮਰੀਕਾ ਵਿੱਚ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਉਹ ਇਸ ਨੂੰ ਪੂਰੀ ਤਰੀਕੇ ਨਾਲ ਸੁਧਾਰਨ ਦੀ ਕੋਸ਼ਿਸ਼ ਕਰਨਗੇ ਅਤੇ ਜਿੰਨੀ ਕੋਸ਼ਿਸ਼ ਹੋ ਸਕੇਗੀ ਉਹ ਹਮੇਸ਼ਾ ਇਹੀ ਤਰਜੀਹ ਦੇਣਗੇ ਕਿ ਦੇਸ਼ ਵਿੱਚ ਸਿਰਫ ਪ੍ਰਵਾਸੀ ਉਹੀ ਦਾਖਲ ਹੋ ਸਕਣ ਜੋ ਕਾਨੂੰਨੀ ਤੌਰ ਤੇ ਇੱਥੇ ਆਉਂਦੇ ਨੇ, ਜੋ ਕਾਨੂੰਨੀ ਰੂਟ ਰਾਹੀਂ ਯਾਨੀ ਲੀਗਲ ਵੇ ਨਾਲ ਅਮਰੀਕਾ ਆਉਣ ਦੇ ਵਿੱਚ ਆਪਣੀ ਦਿਲਚਸਪੀ ਦਿਖਾਉਂਦੇ ਨੇ ਤੇ ਇੱਕ ਸਹੀ ਢੰਗ ਨਾਲ ਅਮਰੀਕਾ ਆਉਂਦੇ ਨੇ, ਉਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਉਹਨਾਂ ਦਾ ਸਤਿਕਾਰ ਕੀਤਾ ਜਾਵੇਗਾ, ਸਵਾਗਤ ਵੀ ਕੀਤਾ ਜਾਵੇਗਾ। ਉਧਰ ਟਰੰਪ ਦਾ ਵੀ ਇਹੀ ਕਹਿਣਾ ਹੈ। ਟਰੰਪ ਨੇ ਕਿਹਾ ਕਿ ਪ੍ਰਵਾਸੀਆਂ ਦਾ ਸਵਾਗਤ ਕਰੇਗਾ, ਪਰ ਜਿਹੜੇ ਲੋਕ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਣਗੇ ਸਿਰਫ ਉਹਨਾਂ ਦਾ ਸਵਾਗਤ ਕੀਤਾ ਜਾਏਗਾ, ਉਹਨਾਂ ਨੂੰ ਅੱਛੇ ਮੌਕੇ ਮਿਲਣਗੇ, ਇੱਥੇ ਉਹਨਾਂ ਨੂੰ ਅੱਗੇ ਪੜ੍ਹਨ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਵੀਜ਼ਾ ਦੀ ਸਹੂਲਤ ਵੀ ਮਿਲੇਗੀ। ਪਰ ਜੋ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਕਰਕੇ ਸਰਕਾਰਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਚੱਲੇਗੀ ਅਤੇ ਜਿਹੜੇ ਲੋਕ ਇਹ ਸੋਚ ਰਹੇ ਨੇ ਕਿ ਉਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਚਲੇ ਜਾਣਗੇ ਅਤੇ ਉੱਥੇ ਵਸ ਜਾਣਗੇ ਤੇ ਉਹ ਆਪਣਾ ਇਸ ਤਰੀਕੇ ਦਾ ਭੁਲੇਖਾ ਕੱਢ ਦੇਣ, ਕਿਉਂਕਿ ਸਰਕਾਰਾਂ ਹੁਣ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਰਹੀ ਹੈ। ਸੋ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਹੁਣ ਕੁਝ ਦਿਨ ਹੀ ਬਾਕੀ ਹਨ। 5 ਨਵੰਬਰ ਨੂੰ ਇਹ ਚੋਣਾਂ ਹੋਣ ਜਾ ਰਹੀਆਂ ਨੇ। ਸੋ 5 ਨਵੰਬਰ ਨੂੰ ਵੋਟਾਂ ਪਾਉਣ ਦਾ ਆਖਰੀ ਦਿਨ ਹੈ, ਪਰੰਤੂ ਅਜੇ ਤੱਕ ਵੀ ਕਿਸੇ ਵੀ ਇੱਕ ਉਮੀਦਵਾਰ ਦੇ ਹੱਕ ਵਿੱਚ ਹਵਾ ਦਾ ਰੁਖ ਨਹੀਂ ਆਇਆ ਹੈ। ਕਦੀ ਇਹ ਹਵਾ ਦਾ ਰੁਖ ਕਮਲਾ ਹੈਰਿਸ ਵੱਲ ਹੋ ਜਾਂਦਾ ਹੈ, ਕਦੀ ਟਰੰਪ ਵੱਲ ਹੋ ਜਾਂਦਾ ਹੈ ਤੇ ਕਦੀ ਦੋਨਾਂ ਦੇ ਸਮਾਨ ਹੋ ਜਾਂਦੇ ਨੇ, ਯਾਨੀ ਕਿ ਦੋਨੋਂ ਇੱਕ ਦੂਸਰੇ ਦੇ ਬਰਾਬਰ ਹੋ ਜਾਂਦੇ ਨੇ ਅਤੇ ਇਹ ਆંકੜੇ ਜਿਹੜੇ ਨੇ ਹਾਲੇ ਤੱਕ ਇੱਕ ਟਿਕਾਊ ਨਹੀਂ ਹੋਏ ਨੇ। ਫਿਲਹਾਲ ਸਰਵੇਖਣ ਜਿਹੜੇ ਨੇ ਉਹ ਅਲੱਗ-ਅਲੱਗ ਤਰੀਕੇ ਨਾਲ ਆਉਂਦੇ ਰਹਿੰਦੇ ਨੇ, ਪਰ ਦੋਨੋਂ ਉਮੀਦਵਾਰ ਯਾਨੀ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਡੈਮੋਕ੍ਰੈਟਿਕ ਪਾਰਟੀ ਤੋਂ ਅਤੇ ਰਿਪਬਲਿਕਨ ਪਾਰਟੀ ਤੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਦੋਨਾਂ ਦੇ ਵਿੱਚ ਇੱਕ ਫਸਵਾਂ ਤੇ ਬਹੁਤ ਹੀ ਤਕੜਾ ਮੁਕਾਬਲਾ ਚੱਲ ਰਿਹਾ ਹੈ। ਫਿਲਹਾਲ ਵੋਟਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਨੇ ਇਹ ਮੁਕਾਬਲਾ ਹੋਰ ਵੀ ਜ਼ਿਆਦਾ ਰੋਮਾਂਚਕ ਹੁੰਦਾ ਜਾ ਰਿਹਾ ਹੈ। ਬਹੁਤ ਜ਼ਿਆਦਾ ਦਿਲਚਸਪੀ ਜਿਹੜੀ ਹੈ ਇਸ ਵਿੱਚ ਹੋ ਰਹੀ ਹੈ, ਕਿਉਂਕਿ ਇਹ ਮੁਕਾਬਲੇ ਦੇ ਵਿੱਚ ਜੋ ਦੋਨਾਂ ਉਮੀਦਵਾਰਾਂ ਵੱਲੋਂ ਆਪਣੀ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਉਹ ਵੇਖਣ ਵਾਲੀ ਹੈ। ਉਧਰ ਹੀ ਕਮਲਾ ਹੈਰਿਸ ਆਪਣੇ ਵੱਖ-ਵੱਖ ਪ੍ਰੋਗਰਾਮ ਸ਼ੈਡਿਊਲ ਕਰ ਚੁੱਕੇ ਨੇ ਇਸ ਹਫਤੇ ਦੇ, ਕਿਉਂਕਿ ਇੱਕ ਆਖਰੀ ਹਫਤਾ ਹੈ ਅਤੇ ਇਹੀ ਹਫਤਾ ਹੈ ਜੋ ਦੋਨਾਂ ਦੀ ਕਿਸਮਤ ਦਾ ਫੈਸਲਾ ਬਦਲ ਸਕਦਾ ਹੈ। ਇਸ ਹਫਤੇ ਦੇ ਵਿੱਚ ਇਹ ਦੋਨੋਂ ਉਮੀਦਵਾਰ ਜਿੰਨੀ ਕੋਸ਼ਿਸ਼ ਕਰਕੇ ਆਪਣੇ ਸਮਰਥਕਾਂ ਨੂੰ ਆਪਣੇ ਵੱਲ ਖਿੱਚ ਸਕਦੇ ਨੇ ਉਹ ਖਿੱਚ ਪਾਣਗੇ ਅਤੇ ਜਿੰਨੀ ਹੋ ਸਕੇ ਇਹਨਾਂ ਨੂੰ ਇਸ ਹਫਤੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਕਰਕੇ ਕਮਲਾ ਹੈਰਿਸ ਨੇ ਆਪਣੇ ਇਸ ਹਫਤੇ ਦਾ ਪੂਰਾ ਸ਼ੈਡਿਊਲ ਸੈੱਟ ਕਰ ਦਿੱਤਾ ਹੈ ਕਿ ਕਿੱਥੇ-ਕਿੱਥੇ ਜਾ ਕੇ ਕਿਹੜੇ-ਕਿਹੜੇ ਰਾਜ ਵਿੱਚ ਜਾ ਕੇ ਇਹ ਸੰਬੋਧਨ ਕੀਤਾ ਜਾਵੇਗਾ, ਰੈਲੀਆਂ ਕੀਤੀਆਂ ਜਾਣਗੀਆਂ। ਸੋ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਪੂਰੀ ਤਰੀਕੇ ਨਾਲ ਤਿਆਰੀ ਜਿਹੜੀ ਹੈ ਖਿੱਚੀ ਜਾ ਚੁੱਕੀ ਹੈ। ਉਧਰ ਹੀ ਡੋਨਾਲਡ ਟਰੰਪ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਨੇ, ਪੂਰੀ ਤਿਆਰੀ ਦੇ ਵਿੱਚ ਨੇ। ਉਹਨਾਂ ਦੇ ਨਾਲ ਐਲੋਨ ਮਸਕ ਵੀ ਮੌਜੂਦ ਨੇ ਅਤੇ ਉਹ ਵੀ ਉਹਨਾਂ ਦੇ ਰੈਲੀ ਦਾ ਸਮਰਥਨ ਕਰ ਰਹੇ ਨੇ। ਇੱਥੋਂ ਤੱਕ ਕਿ ਐਲੋਨ ਮਸਕ ਦੇ ਨਾਲ ਮਿਲ ਕੇ ਉਹਨਾਂ ਨੇ ਇੱਕ ਵਿਭਾਗ ਦਾ ਐਲਾਨ ਵੀ ਕਰ ਦਿੱਤਾ ਹੈ ਕਿ ਉਹ ਜਦੋਂ ਜਿੱਤੇ ਜਾਣਗੇ ਇੱਕ ਵਿਭਾਗ ਬਣਾਉਣਗੇ
ਜਿਸ ਵਿੱਚ ਹਰ ਤਰੀਕੇ ਦੇ ਨਾਲ ਜਿਹੜੇ ਕੰਮ ਕੀਤੇ ਜਾਣਗੇ ਅਤੇ ਇਸ ਦਾ ਪ੍ਰਧਾਨ ਜੋ ਹੈ ਉਹ ਐਲਨ ਮਸਕ ਨੂੰ ਬਣਾਇਆ ਜਾਵੇਗਾ। ਰੈਲੀਆਂ ਵਿੱਚ ਇਸ ਤਰੀਕੇ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ, ਬਹੁਤ ਸਾਰੇ ਦਾਅਵੇ ਵਾਅਦੇ ਪੇਸ਼ ਕੀਤੇ ਜਾ ਰਹੇ ਨੇ। ਸੋ ਉੱਥੇ ਹੀ ਦੋ ਤਾਜ਼ਾ ਸਰਵੇਖਣਾਂ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਉੱਪਰ ਪਿਛਲੇ ਸਰਵੇਖਣਾਂ ਵਾਂਗ ਮਾਮੂਲੀ बढ़त ਹਾਸਲ ਹੈ, ਜਿਸ बढ़त ਨੂੰ ਪੱਕੀ ਨਹੀਂ ਸਮਝਿਆ ਜਾ ਰਿਹਾ ਹੈ। ਸੋ ਉਧਰ ਹੀ CBC ਨਿਊਜ਼ ਦੇ ਸਰਵੇ ਅਨੁਸਾਰ ਹੈਰਿਸ ਆਪਣੇ ਵਿਰੋਧੀ ਟਰੰਪ ਨਾਲੋਂ ਰਾਸ਼ਟਰੀ ਪੱਧਰ ਤੇ ਕੇਵਲ 1% ਵੋਟਾਂ ਨਾਲ ਅੱਗੇ ਹੈ। ਹੈਰਿਸ ਨੂੰ 50% ਤੇ ਟਰੰਪ ਨੂੰ 49% ਸੰਭਾਵੀ ਮਤਦਾਤਾ ਦਾ ਸਮਰਥਨ ਹਾਸਲ ਹੈ। ਸਿਰਫ 1% ਤੋਂ ਹੀ ਇਹ ਗੇਮ ਚੱਲ ਰਹੀ ਹੈ, ਯਾਨੀ ਇਸ ਰੇਸ ਵਿੱਚ ਸਿਰਫ 1% ਹੀ ਕਮਲਾ ਹੈਰਿਸ ਅੱਗੇ ਹੈ, ਜਦਕਿ ਪਿਛਲੇ ਸਰਵੇਖਣਾਂ ਦੀ ਜੇ ਮੈਂ ਗੱਲ ਕਰਾਂ ਉਸ ਵਿੱਚ ਕਮਲਾ ਹੈਰਿਸ 3-4% ਜੋ ਡੋਨਾਲਡ ਟਰੰਪ ਨਾਲੋਂ ਅੱਗੇ ਨਜ਼ਰ ਆ ਰਹੀ ਸੀ। ਪਰ ਇੱਕਦਮ ਹੀ ਇਹ ਸਭ ਕੁਝ ਬਦਲ ਗਿਆ ਤੇ ਡੋਨਾਲਡ ਟਰੰਪ ਜਿਹੜੇ ਨੇ ਕਮਲਾ ਹੈਰਿਸ ਤੋਂ ਅੱਗੇ ਵੱਧ ਗਏ ਸੀਗੇ ਅਤੇ ਬਾਅਦ ਵਿੱਚ ਹੁਣ ਫਿਰ ਤੋਂ ਟਰੰਪ ਜਿਹੜੇ ਨੇ ਕਮਲਾ ਹੈਰਿਸ ਦੇ ਬਰਾਬਰ ਆ ਚੁੱਕੇ ਨੇ। ਇੱਕ ਹਿਸਾਬ ਦੇ ਨਾਲ ਸਿਰਫ 1% ਦਾ ਫਰਕ ਹੈ। ਉਧਰ ਹੀ ਜੇ ਮੈਂ ਅੱਧ ਅਕਤੂਬਰ ਯਾਨੀ ਅਕਤੂਬਰ ਦੇ ਮਿਡ ਦੀ ਗੱਲ ਕਰਾਂ ਤੇ ਹੈਰਿਸ ਨੂੰ 51% ਤੇ ਟਰੰਪ ਨੂੰ 48% ਮਤਦਾਤਾ ਦਾ ਸਮਰਥਨ ਹਾਸਲ ਸੀ। ਉਧਰ ਹੀ ABC ਨਿਊਜ਼ ਚੋਣ ਸਰਵੇ ਦੇ ਅਨੁਸਾਰ ਹੈਰਿਸ ਨੂੰ ਟਰੰਪ ਦੇ ਉੱਪਰ 4% बढ़त हासिल है। ये सर्वेखण ਵੱਖ-ਵੱਖ ने यानी कि अलग-अलग ਵੱਲੋਂ ਆਪਣੇ ਚੋਣ ਸਰਵੇਖਣ ਸਾਹਮਣੇ ਕੀਤੇ ਗਏ ਨੇ, ਪੇਸ਼ ਕੀਤੇ ਗਏ ਨੇ। ਹੁਣ ਇਸ ਚੋਣ ਸਰਵੇਖਣ ਦੇ ਵਿੱਚ 4% बढ़त ਹਾਸਿਲ ਕਰ ਚੁੱਕੇ ਕਮਲਾ ਹੈਰਿਸ ਡੋਨਾਲਡ ਟਰੰਪ ਨਾਲੋਂ। ਹੈਰਿਸ ਦੇ ਹੱਕ ਵਿੱਚ 51% ਮਤਦਾਤਾ ਹਨ, ਜਦਕਿ ਟਰੰਪ ਦੇ ਹੱਕ ਵਿੱਚ 47% ਮਤਦਾਤਾ ਹਨ। ਪਰੰਤੂ ਇਸ ਸਰਵੇ ਵਿੱਚ ਗਲਤੀ ਦੀ ਪ੍ਰਤੀਸ਼ਤ 2.5% ਜਮ੍ਹਾਂ ਰੱਖੀ ਗਈ ਹੈ। ਸਰਵੇਕਾਰ ਇਸ ਗੱਲ ਦੇ ਨਾਲ ਸਹਿਮਤ ਹਨ ਕਿ ਹਾਰ ਜਾਂ ਜਿੱਤ ਇਸ ਤੱਥ ਉੱਪਰ ਨਿਰਭਰ ਕਰੇਗੀ ਕਿ ਚੋਣ ਵਾਲੇ ਦਿਨ ਕਿਹੜਾ ਉਮੀਦਵਾਰ ਜਾਂ ਪਾਰਟੀ ਆਪਣੇ ਸਮਰਥਕਾਂ ਨੂੰ ਮਤਦਾਤਾ ਕੇਂਦਰ ਤੱਕ ਪਹੁੰਚਾਉਣ ਵਿੱਚ ਸਫਲ ਹੁੰਦੀ ਹੈ। ਘੱਟ 7 ਅਹਿਮ ਰਾਜਾਂ ਵਿੱਚ ਤਾਂ ਅਜਿਹੇ ਹੀ ਹਾਲਤ ਹਨ ਜੋ ਰਾਜ ਕਿਸੇ ਵੀ ਉਮੀਦਵਾਰ ਦੇ ਵਾਈਟ ਹਾਊਸ ਵਿੱਚ ਪਹੁੰਚਣ ਲਈ ਫੈਸਲਾਕੁਨ ਸਾਬਤ ਹੋਣਗੇ। ਸੋ ਇਹ ਰਾਜ ਜਿਹੜੇ ਨੇ ਬਹੁਤ ਇੰਪੋਰਟੈਂਟ ਮੰਨੇ ਜਾਂਦੇ ਨੇ, ਇਹਨਾਂ ਦਾ ਜ਼ਿਕਰ ਸ਼ੁਰੂ ਤੋਂ ਹੀ ਕੀਤਾ ਜਾਂਦਾ ਹੈ। ਸਾਡੇ ਵੀ ਪ੍ਰੋਗਰਾਮ ਦੇ ਵਿੱਚ ਬਾਰ-ਬਾਰ ਇਹਨਾਂ ਰਾਜਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਕਿਉਂਕਿ ਰਾਜ ਜਿਹੜੇ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਦੋਨਾਂ ਉਮੀਦਵਾਰਾਂ ਦੇ ਲਈ। ਹਾਲਾਂਕਿ ABC ਦੇ ਸਰਵੇ ਵਿੱਚ ਹੈਰਿਸ ਨੂੰ 4% ਮਤਦਾਤਾ ਦਾ ਵੱਧ ਸਮਰਥਨ ਹਾਸਲ ਹੈ, ਪਰੰਤੂ ਸਰਵੇਕਾਰਾਂ ਦਾ ਮੰਨਣਾ ਹੈ ਕਿ ਫੈਸਲਾਕੁਨ ਰਾਜ ਜਿਵੇਂ ਕਿ ਪੈਂਸਿਲਵੇਨੀਆ, ਮਿਸ਼ੀਗਨ, ਵਿਸਕਾਂਸਿਨ, ਉੱਤਰੀ ਕੈਰੋਲੀਨਾ, ਜਾਰਜੀਆ, ਐਰੀਜ਼ੋਨਾ ਤੇ ਨੇਵਾਡਾ ਵਿੱਚ ਮੁਕਾਬਲਾ ਬਹੁਤ ਫਸਵਾ ਹੈ। ਮਤਦਾਨ ਕਰਨ ਵਾਲੇ ਸੰਭਾਵਿਤ ਮਤਦਾਤਾ ਤੋਂ ਇਲਾਵਾ ਸਾਰੇ ਦਰਜ ਮਤਦਾਵਾਂ ਵਿੱਚ ਵੀ ਹੈਰਿਸ ਜਿਹੜੀ ਹੈ 2% ਵੋਟਾਂ ਨਾਲ ਅੱਗੇ ਹਨ। ਹੈਰਿਸ ਨੂੰ 49% ਤੇ ਟਰੰਪ ਨੂੰ 47% ਮਤਦਾਵਾਂ ਦਾ ਸਮਰਥਨ ਹਾਸਲ ਹੈ। ਇਹ ਸਰਵੇ 18 ਤੋਂ 22 ਅਕਤੂਬਰ ਦਰਮਿਆਨ 2802 ਇੰਗਲਿਸ਼ ਤੇ ਸਪੈਨਿਸ਼ ਬਾਲਗਾਂ ਉੱਪਰ ਆਨਲਾਈਨ ਕੀਤਾ ਗਿਆ। ਸੰਭਾਵਿਤ ਮਤਦਾਤਾ ਸਰਵੇ ਵਿੱਚ 2.5% ਗਲਤੀ ਦੀ ਸੰਭਾਵਨਾ ਰੱਖੀ ਗਈ ਹੈ, ਜਦਕਿ ਦਰਜ ਸਮੁੱਚੇ ਮਤਦਾਤਾ ਵਿੱਚ ਗਲਤੀ ਦੀ ਸੰਭਾਵਨਾ 2% ਰੱਖੀ ਗਈ ਹੈ। ਸੋ ਡੈਮੋਕ੍ਰੈਟਿਕ ਪਾਰਟੀ ਨਾਲ ਜੁੜੇ 90% ਸਮਰਥਕਾਂ ਦਾ ਕਹਿਣਾ ਹੈ ਕਿ ਉਹਨਾਂ ਲਈ ਸਿਹਤ ਦਾ ਮੁੱਦਾ ਸਭ ਤੋਂ ਉੱਪਰ ਹੈ, ਜਦਕਿ 64% ਰਿਪਬਲਿਕਨ ਸਮਰਥਕਾਂ ਲਈ ਸਿਹਤ ਦਾ ਮੁੱਦਾ ਅਹਿਮ ਹੈ। ਉਧਰ ਹੀ 91% ਡੈਮੋਕ੍ਰੈਟਿਕ ਸਮਰਥਕ ਲੋਕਤੰਤਰ ਦੀ ਰਾਖੀ ਦੇ ਮੁੱਦੇ ਨੂੰ ਅਹਿਮੀਅਤ ਦੇ ਰਹੇ ਹਨ, ਜਦਕਿ 80% ਰਿਪਬਲਿਕਨ ਸਮਰਥਕ ਲੋਕਤੰਤਰ ਦੀ ਰਾਖੀ ਨੂੰ ਅਹਿਮ ਸਮਝਦੇ ਹਨ। ਸੋ ਦੋਨੋਂ ਹੀ ਪਾਰਟੀਆਂ ਦੇ ਜਿਹੜੇ ਸਮਰਥਕ ਨੇ ਉਹ ਅਲੱਗ-ਅਲੱਗ ਮੁੱਦਿਆਂ ਤੇ ਆਪਣੀ ਸਹਿਮਤੀ ਜਤਾ ਰਹੇ ਨੇ। ਅਗਰ ਦੂਸਰੇ ਪਾਸੇ ਮੈਂ ਗੱਲ ਕਰਾਂ ਤੇ 96% ਦਰਜ ਰਿਪਬਲਿਕਨ ਮਤਦਾਤਾ ਦਾ ਇਹ ਕਹਿਣਾ ਹੈ ਕਿ ਅਰਥ ਵਿਵਸਥਾ ਉਹਨਾਂ ਲਈ ਸਭ ਤੋਂ ਉੱਪਰ ਹੈ, ਜਦਕਿ 86% ਡੈਮੋਕ੍ਰੈਟਿਕ ਸਮਰਥਕ ਮਤਦਾਤਾ ਅਰਥ ਵਿਵਸਥਾ ਦੇ ਮੁੱਦੇ ਨੂੰ ਅਹਿਮ ਸਮਝਦੇ ਹਨ। ਉਧਰ ਹੀ 90% ਰਿਪਬਲਿਕਨ ਸਮਰਥਕ ਮਤਦਾਤਾ ਦਾ ਇਹ ਕਹਿਣਾ ਹੈ ਕਿ US ਮੈਕਸੀਕੋ ਬਾਰਡਰ ਤੇ ਇਮੀਗ੍ਰੇਸ਼ਨ ਸਿਸਟਮ ਉਹਨਾਂ ਲਈ ਬਹੁਤ ਵੱਡਾ ਮਹੱਤਵ ਰੱਖਦਾ ਹੈ, ਜਦਕਿ 50% ਹੀ ਡੈਮੋਕ੍ਰੈਟਿਕ ਸਮਰਥਕ ਇਸ ਮੁੱਦੇ ਨੂੰ ਅਹਿਮ ਸਮਝਦੇ ਹਨ। ਸੋ ਦੋਨਾਂ ਸਮਰਥਕਾਂ ਦੀ ਆਪਾਂ ਸੋਚ ਦੀ ਗੱਲ ਕਰੀਏ ਤੇ ਇਸ ਵਿੱਚ ਕਾਫੀ ਜਿਹੜਾ ਫਰਕ ਨਜ਼ਰ ਆ ਰਿਹਾ ਹੈ। ਅਗਰ ਉੱਥੇ 10% ਜਿਹੜੇ ਲੋਕ ਜ਼ਿਆਦਾ ਜਿਹੜੇ ਨੇ ਰਿਪਬਲਿਕਨ ਦੇ ਸਮਰਥਕ ਉਹ ਅਗਰ ਕਿਸੇ ਮੁੱਦੇ ਨੂੰ ਅਹਿਮ ਸਮਝਦੇ ਨੇ ਤਾਂ ਉਹ ਤੋਂ ਘੱਟ ਹੀ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਮਤਦਾਤਾ ਨੇ ਉਹ ਉਹਨਾਂ ਮੁੱਦਿਆਂ ਨੂੰ ਥੋੜਾ ਜਿਹਾ ਘੱਟ ਸਮਝਦੇ ਨੇ। ਸੋ ਦੋਨੋਂ ਹੀ ਸਮਰਥਕਾਂ ਵੱਲੋਂ ਆਪਣੇ ਆਪਣੇ ਪੱਖ ਪੇਸ਼ ਕੀਤੇ ਗਏ ਨੇ। ਇਨ੍ਹਾਂ ਹੀ ਮੁੱਦਿਆਂ ਦੇ ਆਧਾਰ ਦੇ ਉੱਤੇ ਇਹ ਚੋਣਾਂ ਹੋ ਵੀ ਰਹੀਆਂ ਨੇ ਤੇ ਇਹਨਾਂ ਦੇ ਆਧਾਰ ਦੇ ਉੱਤੇ ਹੀ ਇਹਨਾਂ ਦੋਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ 5 ਨਵੰਬਰ ਨੂੰ, ਕਿਉਂਕਿ ਦੋਨਾਂ ਦੇ ਦਾਅਵਿਆਂ ਦੇ ਉੱਤੇ ਹੀ ਇਹ ਸਾਰੀ ਗੱਲਾਂ ਟਿਕੀਆਂ ਹੋਈਆਂ ਨੇ। ਕਿਉਂਕਿ ਅਮਰੀਕਾ ਦੀ ਅਰਥ ਵਿਵਸਥਾ ਬਹੁਤ ਮਜ਼ਬੂਤ ਹੈ
ਫਿਲਹਾਲ ਤਾਂ, ਪਰ ਇਸ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਬਹੁਤ ਸਾਰੇ ਉਪਾਅ ਕੀਤੇ ਜਾਣਗੇ, ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਣਗੇ, ਬਹੁਤ ਸਾਰੀਆਂ ਨੀਤੀਆਂ ਬਣਾਈਆਂ ਜਾਣਗੀਆਂ। ਪਰ ਇਹ ਨੀਤੀਆਂ ਕੀ ਹੋਣਗੀਆਂ ਇਹ ਤਾਂ ਫਿਰ 5 ਨਵੰਬਰ ਤੋਂ ਬਾਅਦ ਪਤਾ ਚੱਲੇਗਾ, ਅਤੇ ਜੋ ਰਾਸ਼ਟਰਪਤੀ ਬਣਦਾ ਹੈ ਉਹ ਕਿਸ ਨੀਤੀ ਨੂੰ ਲਾਗੂ ਕਰੇਗਾ ਇਹ ਵੀ ਹੁਣ ਬਾਅਦ ਵਿੱਚ ਦੇਖਣ ਵਾਲਾ ਹੋਵੇਗਾ। ਫਿਲਹਾਲ ਜਿਹੜਾ ਮੁਕਾਬਲਾ ਹੈ ਬਹੁਤ ਰੋਮਾਂਚਕ ਹੋ ਚੁੱਕਿਆ ਹੈ, ਕਿਉਂਕਿ ਹਾਲੇ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ ਕਿ ਕੌਣ ਰਾਸ਼ਟਰਪਤੀ ਅਹੁਦੇ ਤੇ ਬੈਠੇਗਾ ਅਤੇ ਕੌਣ ਇਸ ਅਮਰੀਕਾ ਦੀ ਸੱਤਾ ਨੂੰ ਸੰਭਾਲੇਗਾ। ਸੋ ਅਮਰੀਕਾ ਦੀਆਂ ਚੋਣਾਂ ਦੀ ਅਸੀਂ ਗੱਲ ਕਰ ਰਹੇ ਹਾਂ, ਤੇ ਅਮਰੀਕਾ ਦੀ ਚੋਣਾਂ ਵੀ ਵੱਖਰੇ ਤਰੀਕੇ ਨਾਲ ਕੀਤੀਆਂ ਜਾਂਦੀਆਂ ਨੇ। ਅਮਰੀਕਾ ਵਿੱਚ ਬਹੁਤ ਸਾਰੇ ਭਾਰਤੀ ਵਸਦੇ ਹਨ ਜੋ ਕਿ ਪਹਿਲਾਂ ਭਾਰਤ ਵਿੱਚ ਵੋਟ ਪਾਉਂਦੇ ਸੀ, ਪਰ ਹੁਣ ਉਹ ਅਮਰੀਕਾ ਜਾ ਕੇ ਵੋਟ ਪਾਉਂਦੇ ਨੇ। ਸੋ ਇਹ ਥੋੜਾ ਡਿਫਰੈਂਸ ਆ ਚੁੱਕਿਆ ਹੈ, ਪਰ ਅਮਰੀਕਾ ਦੇ ਵਿੱਚ ਵੋਟ ਪਾਉਣ ਦਾ ਜਿਹੜਾ ਤਰੀਕਾ ਹੈ ਉਹ ਭਾਰਤ ਨਾਲ ਬਹੁਤ ਅਲੱਗ ਤਰੀਕਾ ਹੈ, ਤੇ ਇਹ ਤਰੀਕਾ ਬਹੁਤ ਵਧੀਆ ਵੀ ਮੰਨਿਆ ਜਾਂਦਾ ਹੈ, ਤੇ ਇਸੇ ਤਰੀਕੇ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਗੱਲਾਂ ਕਰਦੇ ਹੀ ਨਜ਼ਰ ਆ ਰਹੇ ਨੇ। ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਅਮਰੀਕਾ 'ਚ ਅਗਲੇ ਮਹੀਨੇ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਸੋ ਡੈਮੋਕ੍ਰੈਟਿਕ ਕਮਲਾ ਹੈਰਿਸ ਅਤੇ ਰਿਪਬਲਿਕਨ ਡੋਨਾਲਡ ਟਰੰਪ, ਇਹਨਾਂ ਦੇ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਸਭ ਤੋਂ ਤਾਕਤਵਰ ਦੇਸ਼ ਦੀਆਂ ਚੋਣਾਂ ਤੇ ਪੂਰੀ ਦੁਨੀਆ ਦੀ ਨਜ਼ਰ ਟਿਕੀਆਂ ਹੋਈਆਂ ਹਨ। ਅਮਰੀਕੀ ਰਾਸ਼ਟਰਪਤੀ ਚੋਣ ਪ੍ਰਕਿਰਿਆ ਨੂੰ ਦੁਨੀਆ ਦੀਆਂ ਸਭ ਤੋਂ ਗੁੰਝਲਦਾਰ ਪ੍ਰਕਿਰਿਆਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸੇ ਕਰਕੇ ਹੀ ਹਰ ਇੱਕ ਦੇਸ਼ ਇਸ ਚੋਣ ਨੂੰ ਲੈ ਕੇ ਆਪਣੀ ਦਿਲਚਸਪੀ ਦਿਖਾ ਰਿਹਾ ਹੈ। ਪ੍ਰਾਇਮਰੀ, ਕਾਕਸ, ਇਲੈਕਟੋਰਲ ਕਾਲਜ ਅਤੇ ਸਵਿੰਗ ਸਟੇਟਸ ਇੱਥੋਂ ਦੀ ਰਾਜਨੀਤੀ ਵਿੱਚ ਬਹੁਤ ਮਸ਼ਹੂਰ ਸ਼ਬਦ ਹਨ। ਆਖਰਕਾਰ ਅਮਰੀਕਾ ਆਪਣਾ ਰਾਸ਼ਟਰਪਤੀ ਕਿਵੇਂ ਚੁਣਦਾ ਹੈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਤੁਹਾਨੂੰ ਇਸ ਬਾਰੇ ਵਿਸਥਾਰ ਦੇ ਨਾਲ ਦੱਸਣ ਜਾ ਰਹੇ ਹਾਂ। ਜੀ ਹਾਂ, ਹਰ 4 ਸਾਲ ਬਾਅਦ ਚੋਣਾਂ ਅਮਰੀਕਾ ਵਿੱਚ ਹਰ 4 ਸਾਲ ਬਾਅਦ ਨਵੰਬਰ ਮਹੀਨੇ ਚੋਣਾਂ ਹੁੰਦੀਆਂ ਹਨ। ਸੋ ਦੇਸ਼ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਦੇ ਦਾਅਵੇਦਾਰ ਆਪਣੇ ਆਪ ਨੂੰ ਚੋਣਾਂ ਲਈ ਨਾਮਜ਼ਦ ਕਰਦੇ ਹਨ, ਖੁਦ ਦੀ ਦਾਅਵੇਦਾਰੀ ਪੇਸ਼ ਕਰਦੇ ਹਨ, ਭਾਵ ਕਿ ਚੋਣ ਲੜਨ ਦੇ ਲਈ ਪਾਰਟੀ ਅੰਦਰਲੇ ਦਾਅਵੇਦਾਰਾਂ ਨੂੰ ਵੀ ਉਮੀਦਵਾਰੀ ਜਿੱਤਣੀ ਪੈਂਦੀ ਹੈ। ਇਸ ਲਈ ਪਾਰਟੀਆਂ ਰਾਜ, ਪ੍ਰਾਇਮਰੀ ਅਤੇ ਕਾਕਸ ਆਯੋਜਿਤ ਕਰਦੀਆਂ ਹਨ। ਚੋਣਾਂ ਦੀ ਸ਼ੁਰੂਆਤ ਪ੍ਰਾਇਮਰੀ ਅਤੇ ਕਾਕਸ ਨਾਲ ਹੀ ਹੁੰਦੀ ਹੈ, ਜੋ ਹਰ ਰਾਜ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਹਨਾਂ ਦੇ ਰਾਹੀਂ ਪਾਰਟੀਆਂ ਵੱਲੋਂ ਅਧਿਕਾਰਤ ਤੌਰ ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ। ਇਹ ਪ੍ਰਕਿਰਿਆ ਆਮ ਤੌਰ ਤੇ ਚੋਣ ਸਾਲ ਦੇ ਜਨਵਰੀ ਤੋਂ ਸ਼ੁਰੂ ਹੁੰਦੀ ਹੈ। ਸੋ ਇਹਨਾਂ ਦੋਨਾਂ ਦੇ ਵਿੱਚ ਅੰਤਰ ਕੀ ਹੈ, ਯਾਨੀ ਕਿ ਪ੍ਰਾਇਮਰੀ ਤੇ ਕਾਕਸ ਵਿੱਚ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਸਿਰਫ 2 ਵੱਡੀਆਂ ਪਾਰਟੀਆਂ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀਆਂ ਦਾ ਦਬਦਬਾ ਹੈ, ਪਰ ਦਰਜਨਾਂ ਦਾਅਵੇਦਾਰ ਇੱਕੋ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਖੜੇ ਹੋ ਜਾਂਦੇ ਹਨ। ਇਹਨਾਂ ਵਿੱਚੋਂ ਕਿਸੇ ਇੱਕ ਦਾਅਵੇਦਾਰ ਨੂੰ ਚੁਣਨ ਤੋਂ ਬਾਅਦ ਪਾਰਟੀ ਵੱਲੋਂ ਅਧਿਕਾਰਤ ਤੌਰ ਤੇ ਉਸ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ। ਇਸ ਲਈ ਦੇਸ਼ ਦੇ ਲਗਭਗ ਹਰ ਰਾਜ ਵਿੱਚ ਪ੍ਰਾਇਮਰੀ ਅਤੇ ਕਾਕਸ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਅਤੇ ਇਹ ਮੀਟਿੰਗਾਂ ਬਹੁਤ ਅਹਿਮ ਵੀ ਮੰਨੀਆਂ ਜਾਂਦੀਆਂ ਹਨ। ਪ੍ਰਾਇਮਰੀ ਲਈ ਸਿੱਧੀਆਂ ਚੋਣਾਂ ਹੁੰਦੀਆਂ ਹਨ, ਜਿਸ ਵਿੱਚ ਪਾਰਟੀ ਦੇ ਰਜਿਸਟਰਡ ਵੋਟਰ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਦਿੰਦੇ ਹਨ। ਕਾਕਸ ਦੇ ਉਲਟ ਪ੍ਰਾਇਮਰੀ ਚੋਣਾਂ ਪੋਲਿੰਗ ਸਟੇਸ਼ਨਾਂ ਤੇ ਕਰਵਾਈਆਂ ਜਾਂਦੀਆਂ ਹਨ। ਵੋਟਰ ਆਮ ਤੌਰ ਤੇ ਗੁਪਤ ਮਤਦਾਨ ਰਾਹੀਂ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਦਿੰਦੇ ਹਨ। ਇਹੀ ਫਰਕ ਹੈ ਦੋਨਾਂ ਦੇ ਵਿੱਚ। ਸੋ ਆਮ ਤੌਰ ਤੇ ਪ੍ਰਾਇਮਰੀ ਦੀਆਂ 2 ਕਿਸਮਾਂ ਹੁੰਦੀਆਂ ਹਨ। ਬੰਦ ਪ੍ਰਾਇਮਰੀ, ਜਿਸ ਵਿੱਚ ਸਿਰਫ ਪਾਰਟੀ ਦੇ ਰਜਿਸਟਰਡ ਵੋਟਰ ਹੀ ਹਿੱਸਾ ਲੈਂਦੇ ਹਨ, ਜਦਕਿ ਦੂਜੀ ਹੁੰਦੀ ਹੈ ਓਪਨ ਪ੍ਰਾਇਮਰੀ, ਜਿਸ ਵਿੱਚ ਕਿਸੇ ਵੀ ਪਾਰਟੀ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ ਹੁੰਦਾ ਹੈ। ਸੋ ਇਸ ਦੇ ਨਾਲ ਹੀ ਕਾਕਸ ਇੱਕ ਕਿਸਮ ਦੀ ਸਥਾਨਕ ਮੀਟਿੰਗ ਹੁੰਦੀ ਹੈ, ਜਿਸ ਦਾ ਆਯੋਜਨ ਕਿਸੇ ਸਕੂਲ, ਟਾਊਨ ਹਾਲ ਸਮੇਤ ਕਿਸੇ ਵੀ ਜਨਤਕ ਸਥਾਨ ਤੇ ਕੀਤਾ ਜਾਂਦਾ ਹੈ। ਇਸ ਮੀਟਿੰਗ ਵਿੱਚ ਪਾਰਟੀ ਦੇ ਰਜਿਸਟਰਡ ਮੈਂਬਰ ਇਕੱਠੇ ਹੁੰਦੇ ਹਨ ਅਤੇ ਪ੍ਰਧਾਨਗੀ ਦੇ ਉਮੀਦਵਾਰ ਦੀ ਚੋਣ ਕਰਦੇ ਹਨ। ਦੋਵੇਂ ਪਾਰਟੀਆਂ ਦੇ ਉਮੀਦਵਾਰ ਬਣਨ ਦੇ ਚਾਹਵਾਨ ਲੋਕ ਹਰ ਰਾਜ ਵਿੱਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਵਿੱਚ ਹਿੱਸਾ ਲੈਂਦੇ ਹਨ। ਜੋ ਵੀ ਪ੍ਰਾਇਮਰੀ ਅਤੇ ਕਾਕਸ ਚੋਣਾਂ ਜਿੱਤਦਾ ਹੈ ਉਹ ਦੋਵਾਂ ਪਾਰਟੀਆਂ ਦਾ ਰਸਮੀ ਉਮੀਦਵਾਰ ਬਣ ਜਾਂਦਾ ਹੈ, ਅਤੇ ਹਰ ਰਾਜ ਵਿੱਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਨੂੰ ਕੁਝ ਖਾਸ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਹੁੰਦਾ ਹੈ। ਮਹੀਨਿਆਂ ਤੱਕ ਚੱਲਣ ਵਾਲੀ ਇਸ ਪ੍ਰਕਿਰਿਆ ਵਿੱਚ ਜੋ ਉਮੀਦਵਾਰ ਆਪਣੀ ਪਾਰਟੀ ਦੇ ਨਿਸ਼ਚਿਤ ਗਿਣਤੀ ਵਿੱਚ ਡੈਲੀਗੇਟਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਂਦਾ ਹੈ, ਉਸ ਨੂੰ ਨਾਮਜ਼ਦਗੀ ਮਿਲ ਜਾਂਦੀ ਹੈ, ਭਾਵ ਉਹ ਪਾਰਟੀ ਦਾ ਰਸਮੀ ਉਮੀਦਵਾਰ ਬਣ ਜਾਂਦਾ ਹੈ। ਹਰ ਪਾਰਟੀ ਦਾ ਆਪਣਾ ਰਾਸ਼ਟਰੀ ਸੰਮੇਲਨ ਹੁੰਦਾ ਹੈ। ਇਸ ਵਿੱਚ ਆਮ ਤੌਰ ਤੇ ਅਧਿਕਾਰੀ ਤੌਰ ਤੇ ਉਮੀਦਵਾਰ ਦੀ ਪੁਸ਼ਟੀ ਕਰਨਾ ਸ਼ਾਮਲ ਹੁੰਦਾ ਹੈ, ਜਿਸ ਨੇ ਕਾਫੀ ਡੈਲੀਗੇਟ ਜਿੱਤੇ ਹਨ। ਇਸ ਦੀ ਘੋਸ਼ਣਾ ਕਰਨ ਲਈ ਇੱਕ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਜਾਂਦਾ ਹੈ। ਇਸ ਕਨਵੈਨਸ਼ਨਸ ਵਿੱਚ ਪਾਰਟੀ ਵੱਲੋਂ ਤੈਅ ਕੀਤੇ ਗਏ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਂਦਾ ਹੈ, ਅਤੇ ਇਸ ਤੋਂ ਬਾਅਦ ਇਹ ਦੱਸਿਆ ਜਾਂਦਾ ਹੈ ਕਿ ਕੌਣ ਇਸ ਰੇਸ ਵਿੱਚ ਸ਼ਾਮਲ ਹੋਵੇਗਾ। ਸੋ ਇਹ ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਸਭ ਤੋਂ ਗੁੰਝਲਦਾਰ ਪੜਾਅ ਹੈ। ਇਲੈਕਟੋਰਲ ਕਾਲਜ, ਜੀ ਹਾਂ, ਇਲੈਕਟੋਰਲ ਕਾਲਜ ਅਸਲ ਵਿੱਚ ਉਹ ਸੰਸਥਾ ਹੈ ਜੋ ਰਾਸ਼ਟਰਪਤੀ ਦੀ ਚੋਣ ਕਰਦੀ ਹੈ। ਇਸ ਨੂੰ ਸਰਲ ਭਾਸ਼ਾ ਵਿੱਚ ਇਸ ਤਰ੍ਹਾਂ ਸਮਝੋ ਕਿ ਰਾਸ਼ਟਰਪਤੀ ਚੋਣਾਂ ਵਿੱਚ ਆਮ ਲੋਕ ਉਹਨਾਂ ਲੋਕਾਂ ਨੂੰ ਵੋਟਾਂ ਪਾਉਂਦੇ ਹਨ ਜੋ ਇਲੈਕਟੋਰਲ ਕਾਲਜ ਬਣਾਉਂਦੇ ਹਨ, ਅਤੇ ਉਹਨਾਂ ਦਾ ਕੰਮ ਦੇਸ਼ ਦੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ
ਚੋਣ ਕਰਨਾ ਹੁੰਦਾ ਹੈ। ਸੋ ਸਭ ਤੋਂ ਅਹਿਮ ਹਿੱਸਾ ਆਹੀ ਹੈ। ਰਾਸ਼ਟਰਪਤੀ ਦੀ ਚੋਣ ਕਰਨ ਵਾਲੇ ਵੋਟਰਾਂ ਲਈ ਨਵੰਬਰ ਦੇ ਪਹਿਲੇ ਹਫਤੇ ਮੰਗਲਵਾਰ ਨੂੰ VOTING ਹੁੰਦੀ ਹੈ। ਚੁਣੇ ਜਾਣ ਤੋਂ ਬਾਅਦ ਇਹ ਵੋਟਰ ਦਸੰਬਰ ਮਹੀਨੇ ਵਿੱਚ ਆਪੋ ਆਪਣੇ ਰਾਜਾਂ ਵਿੱਚ ਇੱਕ ਥਾਂ ਇਕੱਠੇ ਹੁੰਦੇ ਹਨ ਅਤੇ ਰਾਸ਼ਟਰਪਤੀ ਦੀ ਚੋਣ ਲਈ VOTING ਕਰਦੇ ਹਨ। ਸੋ ਮੇਨ ਮੁੱਦਾ ਆਉਂਦਾ ਕਿ ਕਿਵੇਂ ਰਾਸ਼ਟਰਪਤੀ ਦਾ ਫੈਸਲਾ ਹੁੰਦਾ ਹੈ। ਸੰਯੁਕਤ ਰਾਜ ਦੇ ਰਾਸ਼ਟਰਪਤੀ ਦੀ ਚੋਣ ਇੱਕ ਸਿੱਧੀ ਪ੍ਰਕਿਰਿਆ ਹੈ ਜਿਸ ਵਿੱਚ ਸਾਰੇ ਰਾਜਾਂ ਦੇ ਨਾਗਰਿਕ ਇਲੈਕਟਰਲ ਕਾਲਜ ਦੇ ਕੁਝ ਮੈਂਬਰਾਂ ਲਈ ਵੋਟ ਦਿੰਦੇ ਹਨ। ਇਹਨਾਂ ਮੈਂਬਰਾਂ ਨੂੰ ਵੋਟਰ ਕਿਹਾ ਜਾਂਦਾ ਹੈ। ਇਹ ਵੋਟਰ ਫਿਰ ਸਿੱਧੀਆਂ ਵੋਟਾਂ ਪਾਉਂਦੇ ਹਨ ਜਿਨ੍ਹਾਂ ਨੂੰ ਇਲੈਕਟਰਲ ਵੋਟਾਂ ਕਿਹਾ ਜਾਂਦਾ ਹੈ। ਉਹਨਾਂ ਦੀਆਂ ਵੋਟਾਂ ਅਮਰੀਕਾ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਲਈ ਹਨ। ਚੁਣਾਵੀ ਵੋਟਾਂ ਵਿੱਚ ਬਹੁਮਤ ਪ੍ਰਾਪਤ ਕਰਨ ਵਾਲੇ ਉਮੀਦਵਾਰ ਰਾਸ਼ਟਰਪਤੀ ਅਤੇ ਉਪ ਪ੍ਰਧਾਨ ਦੇ ਅਹੁਦੇ ਲਈ ਚੁਣੇ ਜਾਂਦੇ ਹਨ। ਉਦਾਹਰਨ ਦੇ ਤੌਰ ਤੇ ਕੁੱਲ 538 ਸੀਟਾਂ ਤੇ ਹੋਣ ਵਾਲੀ ਚੋਣ ਵਿੱਚ ਜੇਤੂ ਉਮੀਦਵਾਰ ਉਹ ਹੁੰਦਾ ਹੈ ਜੋ 270 ਜਾਂ ਇਸ ਤੋਂ ਵੱਧ ਸੀਟਾਂ ਜਿੱਤਦਾ ਹੈ। ਪਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਰਾਸ਼ਟਰਪਤੀ ਬਣੇ। ਇਹ ਸੰਭਵ ਹੈ ਕਿ ਇੱਕ ਉਮੀਦਵਾਰ ਰਾਸ਼ਟਰਪਤੀ ਪੱਧਰ ਤੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰ ਸਕਦਾ ਹੈ ਪਰ ਫਿਰ ਵੀ ਇਲੈਕਟਰਲ ਕਾਲਜ ਨਹੀਂ ਜਿੱਤ ਪਾਉਂਦਾ ਹੈ। ਅਜਿਹਾ ਮਾਮਲਾ 2016 ਚ ਸਾਹਮਣੇ ਆਇਆ ਸੀ ਜਦੋਂ ਹਿਲੇਰੀ ਕਲਿੰਟਨ ਇਲੈਕਟਰਲ ਕਾਲਜ 'ਚ ਜਿੱਤ ਹਾਸਲ ਨਹੀਂ ਕਰ ਸਕੀ ਸੀ। ਸੋ ਅਮਰੀਕਾ ਵਿੱਚ ਚੋਣਾਂ ਦੀ ਰਾਤ ਨੂੰ ਹੀ ਜੇਤੂ ਐਲਾਨਿਆ ਜਾਂਦਾ ਹੈ। ਜਨਵਰੀ ਦੇ ਵਿੱਚ ਵਾਸ਼ਿੰਗਟਨ DC ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਰਾਸ਼ਟਰਪਤੀ ਨੂੰ ਅਧਿਕਾਰਤ ਤੌਰ ਤੇ ਸਹੁੰ ਚੁਕਾਈ ਜਾਂਦੀ ਹੈ। ਇਸ ਤੋਂ ਬਾਅਦ ਫਿਰ ਅਮਰੀਕਾ ਦੀ ਸੱਤਾ ਜਿਹੜੀ ਹੈ ਉਸ ਰਾਸ਼ਟਰਪਤੀ ਨੂੰ ਸੌਂਪ ਦਿੱਤੀ ਜਾਂਦੀ ਹੈ। ਸੋ ਇਹ ਪ੍ਰਕਿਰਿਆ ਹੈ ਰਾਸ਼ਟਰਪਤੀ ਚੁਣੇ ਜਾਣ ਦੀ ਅਮਰੀਕਾ ਦੇ ਵਿੱਚ, ਜਿਸ ਵਿੱਚ ਕਾਫੀ ਪ੍ਰਕਿਰਿਆ ਸ਼ਾਮਲ ਹੈ ਔਰ ਇਸ ਪ੍ਰਕਿਰਿਆ ਤੋਂ ਨਿਕਲਣ ਤੋਂ ਬਾਅਦ ਯਾਨੀ ਕਿ ਇਹਨਾਂ ਲੈਵਲਸ ਨੂੰ ਕ੍ਰੋਸ ਕਰਨ ਤੋਂ ਬਾਅਦ, ਪਾਰ ਕਰਨ ਤੋਂ ਬਾਅਦ ਹੀ ਰਾਸ਼ਟਰਪਤੀ ਦੀ ਚੋਣ ਕੀਤੀ ਜਾਂਦੀ ਹੈ। ਸੋ ਇਹ ਸੀ ਅੱਜ ਦੇ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਦੇ ਵਿੱਚ ਕੁਝ ਖਾਸ ਅਪਡੇਟਸ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ। ਹੋਰ ਅਪਡੇਟਸ ਲੈ ਕੇ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਣੇ ਰਹੋ ਜੀ ਪੰਜਾਬ ਮਿਲੀ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।